हेलो एवरीवन वेलकम और वेलकम बैक टू माई चैनल बीए ਸਮੈਸਟਰ 4 सोशियोलॉजी ਦੀ ਵੀਡੀਓ ਲੈ ਕੇ ਮੈਂ ਹਾਜ਼ਰ ਹਾਂ। ਚੈਪਟਰ ਨੰਬਰ 4 ਆਪਾਂ ਕਰ ਰਹੇ ਹਾਂ ਫੈਕਟਰਸ ਆਫ ਸੋਸ਼ਲ ਚੇਂਜ। ਦੋਸਤੋ ਡੈਮੋਗ੍ਰਾਫਿਕ ਤੇ ਕਲਚਰਲ ਫੈਕਟਰਸ ਆਪਾਂ ਕਵਰ ਕਰ ਚੁੱਕੇ ਹਾਂ। ਟੈਕਨੋਲੋਜੀਕਲ ਅਤੇ ਇਕਨੋਮਿਕਲ ਫੈਕਟਰਸ ਅੱਜ ਆਪਾਂ ਕਵਰ ਕਰਾਂਗੇ। सोशियोलॉजी ਤੋਂ ਇਲਾਵਾ ਮੈਂ ਆਪਣੇ ਚੈਨਲ ਦੇ ਉੱਤੇ ਕਾਫੀ ਸਾਰੇ ਹੋਰ ਸਬਜੈਕਟਸ ਦੀ ਤਿਆਰੀ ਵੀ ਕਰਵਾ ਰਹੀ ਹਾਂ। ਸੋ ਦੱਬ ਕੇ ਵੀਡੀਓਜ਼ ਨੂੰ ਚੈਨਲ ਨੂੰ ਸ਼ੇਅਰ ਕਰਿਓ ਬੀਏ ਦੇ ਵਿਦਿਆਰਥੀਆਂ ਦੇ ਨਾਲ, ਅਤੇ ਨਾਲ ਹੀ ਟੈਲੀਗ੍ਰਾਮ ਚੈਨਲ ਨੂੰ ਵੀ ਜ਼ਰੂਰ ਫੋਲੋ ਕਰ ਲਿਓ। ਉੱਥੇ ਵੀ ਕਾਫੀ ਸਾਰੇ ਨੋਟਸ ਪੀਡੀਐਫਸ ਲਿੰਕਸ ਅਪਡੇਟਸ ਮੈਂ ਪਾਉਂਦੀ ਰਹਿੰਦੀ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਫੈਕਟਰਸ ਆਫ ਸੋਸ਼ਲ ਚੇਂਜ, ਸਮਾਜਿਕ ਪਰਿਵਰਤਨ ਲਿਆਉਣ ਲਈ ਕਿਹੜੇ ਕਾਰਕ ਜ਼ਿੰਮੇਵਾਰ ਨੇ। ਠੀਕ ਹੈ, ਪਿਛਲੇ ਚੈਪਟਰ 'ਚ ਆਪਾਂ ਪੜ੍ਹਿਆ ਸੀਗਾ ਕਿ ਡੈਮੋਗ੍ਰਾਫਿਕ ਫੈਕਟਰ ਵੀ ਹੁੰਦੇ ਨੇ ਕਿ ਜਿੰਨੀ ਵਸੋਂ ਹੋਏਗੀ ਉਸ ਦੇਸ਼ ਦੀ, ਹੈ ਨਾ, ਉਸ ਦੇਸ਼ ਦੇ ਵਿੱਚ ਗਰੀਬੀ ਥੋੜ੍ਹੀ ਜ਼ਿਆਦਾ ਹੋਏਗੀ। ਜਿਵੇਂ ਕਿ ਆਪਣੇ ਭਾਰਤ ਦੇਸ਼ ਹੈ, ਵਸੋਂ ਬਹੁਤ ਜ਼ਿਆਦਾ ਹੈਗੀ ਹੈ ਨਾ, ਤਾਂ ਇਸ ਕਰਕੇ ਸਾਨੂੰ ਹੈਲਥ ਫੈਸਿਲਿਟੀਜ਼ ਘੱਟ ਮਿਲਦੀਆਂ ਨੇ ਅਤੇ ਸਾਡੀ ਐਜੂਕੇਸ਼ਨ ਪਿੱਛੇ ਹੈ, ਬਿਕੋਜ਼ ਇੰਨੇ ਸਾਰੀ ਵਸੋਂ ਨੂੰ ਜਿਹੜਾ ਹੈ ਪੜ੍ਹਾਉਣਾ ਲਿਖਾਉਣਾ ਸਾਡੇ ਦੇਸ਼ ਦੀ ਲਈ ਬਹੁਤ ਹੀ ਜ਼ਿਆਦਾ ਟਫ ਕੰਮ ਹੈ। ਫਿਰ ਆਪਾਂ ਨੇ ਕਲਚਰਲ ਫੈਕਟਰਸ ਵੀ ਪੜ੍ਹੇ ਸੀ ਕਿ ਕਲਚਰਲ ਫੈਕਟਰ ਕਿੱਦਾਂ ਸੋਸ਼ਲ ਚੇਂਜ ਲੈ ਕੇ ਆਉਂਦੇ ਨੇ। ਮੈਟੀਰੀਅਲ ਨੋਨ ਮੈਟੀਰੀਅਲ ਕਲਚਰ ਵੀ ਆਪਾਂ ਪੜ੍ਹਿਆ ਸੀ। ਸੋ ਤਕਨੀਕੀ ਕਾਰਕ, ਤਕਨੀਕ ਯਾਨੀ ਕਿ ਟੈਕਨੋਲੋਜੀ ਜਿਹੜੀ ਹੈਗੀ ਹੈ ਸਾਧਨ ਅਤੇ ਯੰਤਰ ਹੈ, ਮਤਲਬ ਮੀਨਸ ਐਂਡ ਜਿਹੜੇ ਵੀ ਸਾਡੇ ਯੰਤਰ ਨੇ। ਮਨੁੱਖ ਆਪਣੇ ਆਲੇ ਦੁਆਲੇ ਨੂੰ ਆਪਣੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ, ਸੋ ਪਹਿਲਾਂ ਟੈਕਨੋਲੋਜੀ ਨਹੀਂ ਸੀਗੀ। ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਹਿਊਮਨ ਬੀਇੰਗ ਦਾ ਜਿਹੜਾ ਇੰਟਲੈਕਚੁਅਲ ਡਿਵੈਲਪਮੈਂਟ ਹੋਈ, ਬੌਧਿਕ ਵਿਕਾਸ ਹੋਇਆ, ਤਾਂ ਉਸਨੇ ਟੈਕਨੋਲੋਜੀ ਬਣਾਈ। ਟੈਕਨੋਲੋਜੀ ਬਣਾਉਣ ਦੇ ਨਾਲ ਕੀ ਹੋਇਆ, ਹੌਲੀ ਹੌਲੀ ਉਸਨੇ ਆਪਣੇ ਅਨੁਕੂਲ ਚੀਜ਼ਾਂ ਬਣਾਈਆਂ, ਸਹੂਲਤ ਅਕੋਰਡਿੰਗ ਚੀਜ਼ਾਂ ਬਣਾਈਆਂ। ਹੁਣ ਦੇਖੋ, ਕੱਪੜੇ ਧੋਣ ਵਾਲੀ ਮਸ਼ੀਨ ਬਣਾਈ, ਠੀਕ ਹੈ, ਮਸਾਲਾ ਗ੍ਰਾਇੰਡ ਕਰਨ ਲਈ ਮਿਕਸੀ ਬਣਾਈ, ਪੱਖੇ ਪਹਿਲਾਂ ਹੱਥਾਂ ਦੇ ਨਾਲ ਅਸੀਂ ਪੱਖੀਆਂ ਝੱਲਦੇ ਸੀਗੇ, ਬੜੀਆਂ ਬੜੀਆਂ ਪੱਖੀਆਂ ਹੁੰਦੀਆਂ ਸੀਗੀਆਂ, ਹੈ ਨਾ, ਕੱਚੇ ਘਰ ਹੁੰਦੇ ਸੀਗੇ। ਤਾਂ ਹੁਣ ਜਿਹੜਾ ਹੈਗਾ ਉਦਯੋਗਾਂ ਦੀ ਮਦਦ ਨਾਲ ਸੀਮੈਂਟ ਫੈਕਟਰੀਆਂ ਜਿਹੜੀਆਂ ਬਣੀਆਂ ਹੈਗੇ ਨੇ, ਉਸ ਕਰਕੇ ਅਸੀਂ ਪੱਕੇ ਘਰਾਂ ਵਿੱਚ ਜਿਹੜੇ ਹੈਗੇ ਸੌਂਦੇ ਹੈਗੇ ਆ, ਅਤੇ ਪੱਖੇ ਜਿਹੜੇ ਹੈਗੇ ਨੇ ਇੱਕ ਤੁਸੀਂ ਬਟਨ ਦਬਾਓ ਤਾਂ ਪੱਖੇ ਚੱਲ ਪੈਂਦੇ ਨੇ, ਹੈ ਨਾ। ਸੋ ਕਾਫੀ ਸਾਰੀਆਂ ਸਹੂਲਤਾਂ ਦਾ ਸਮਾਨ ਅਸੀਂ ਆਪਣੀ ਜਿਹੜੀ ਵੀ ਸਹੂਲਤਾਂ, ਹੁਣ ਭਾਂਡੇ ਧੋਣ ਵਾਲੀ ਮਸ਼ੀਨ ਵੀ ਆ ਗਈ, ਆਟਾ ਗੁੰਨਣ ਵਾਲੀ ਵੀ ਮਸ਼ੀਨ ਆ ਗਈ, ਹੋਰ ਪਤਾ ਨਹੀਂ ਕੀ ਆਏਗਾ, ਹੈ ਨਾ। ਸੋ ਇਹ ਵਸਤਾਂ ਉਸਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਨੇ। ਤਾਂ ਟੈਕਨੋਲੋਜੀ ਦੀ ਮਦਦ ਦੇ ਨਾਲ ਮਨੁੱਖੀ ਕਿਰਤ, ਮਿਹਨਤ ਅਤੇ ਥਕਾਨ ਘਟਦੀ ਹੈ। ਤਾਂ ਮਤਲਬ ਅਸੀਂ ਚੁਟਕੀਆਂ ਦੇ ਵਿੱਚ ਜਿਹੜਾ ਹੈ ਕੰਮ ਕਰ ਲੈਂਦੇ ਹਾਂ। ਪਹਿਲਾਂ ਕੀ ਹੁੰਦਾ ਸੀਗਾ, ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਸਾਰੀ ਰਾਤ ਪੱਖਾ ਚੱਲਦੀਆਂ ਰਹਿੰਦੀਆਂ ਸੀ, ਬਿਕੋਜ਼ ਲਾਈਟ ਬਹੁਤ ਘੱਟ ਆਉਂਦੀ ਸੀ। ਠੀਕ ਹੈ, ਘੰਟੇ 2 ਘੰਟੇ ਲਈ ਲਾਈਟ ਆਉਂਦੀ ਸੀ, ਅਤੇ ਮੱਛਰਾਂ ਤੋਂ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਪੱਖਾ ਚਲਾਉਂਦੀ ਸੀ। ਲੇਕਿਨ ਹੁਣ ਜਿਹੜਾ ਹੈਗਾ ਨਾ ਤਾਂ ਹੱਥਾਂ 'ਚ ਇੰਨੀ ਜਾਨ ਹੈਗੀ ਹੈ, ਅਤੇ ਨਾਲ ਹੀ ਜਿਹੜੀ ਹੈਗੀ ਚੁਟਕੀਆਂ 'ਚ ਆਪਾਂ ਕੰਮ ਕਰ ਸਕਦੇ ਹੈਗੇ ਹਾਂ, ਅਤੇ ਨਾਲ ਜਿਹੜਾ ਹੈ ਪੱਖੇ ਨੂੰ 2 ਮਿੰਟ ਦੇ ਵਿੱਚ ਆਪਾਂ, ਏਸੀ ਆ ਗਏ ਹੈ ਨਾ, ਹੁਣ ਤਾਂ ਕੂਲਰ ਆ ਗਏ ਨੇ, ਤਾਂ ਕੂਲਰ ਕਿੰਨੀ ਤਰ੍ਹਾਂ ਦੇ ਨੇ, ਏਸੀ ਕਿੰਨੀ ਤਰ੍ਹਾਂ ਦੇ ਨੇ, ਹੈ ਨਾ। ਸੋ ਆਪਣੀ ਅਸੀਂ ਸਹੂਲਤਾਂ ਦੇ ਅਕੋਰਡਿੰਗ ਟੈਕਨੋਲੋਜੀ ਨੂੰ ਯੂਜ਼ ਕਰਦੇ ਹਾਂ ਅਤੇ ਸੋਸ਼ਲ ਚੇਂਜ ਲੈ ਕੇ ਆ ਰਹੇ ਹਾਂ। ਟੈਕਨੋਲੋਜੀ ਦੇ ਨਾਲ ਪਹੀਏ ਦੀ ਪਹਿਲਾਂ ਖੋਜ ਹੋਈ, ਫਿਰ ਅੱਗ ਦੀ, ਹੈ ਨਾ, ਖੋਜ ਹੋਈ, ਤਾਂ ਮਨੁੱਖੀ ਜੀਵਨ ਵਿੱਚ ਚੇਂਜ ਆਇਆ। ਪੱਕਿਆ ਹੋਇਆ, ਪਹਿਲਾਂ ਕੱਚਾ ਭੋਜਨ ਖਾਂਦੇ ਸੀ, ਫਿਰ ਪੱਕਿਆ ਹੋਇਆ ਖਾਣਾ ਖਾਣ ਲੱਗੇ ਅੱਗ ਦੀ ਖੋਜ ਨਾਲ। ਹੁਣ ਦੇਖੋ ਅੱਗ ਦੀ ਖੋਜ ਦੇ ਨਾਲ ਕੀ ਹੋਇਆ ਕਿ ਹੌਲੀ ਹੌਲੀ ਅਸੀਂ ਕੁਕਿੰਗ ਗੈਸ ਤੱਕ ਹੈ ਕਿ ਅਸੀਂ 2 ਮਿੰਟ 'ਚ ਬਰਨਰ ਔਨ ਕੀਤਾ ਅਤੇ ਨਾਲ ਦੀ ਫਟਾਫਟ ਸੀਟੀਆਂ ਲਗਵਾ ਲਈਆਂ। ਪਹਿਲਾਂ ਤਾਂ ਆਪਾਂ ਚੁੱਲ੍ਹੇ ਦੇ ਵਿੱਚ, ਹੈ ਨਾ, ਅੱਗ ਜਲਾਉਣੀ ਪੈਂਦੀ ਸੀਗੀ, ਭਾਂਡੇ ਕਾਲੇ ਹੋ ਜਾਂਦੇ ਸੀਗੇ, ਮੂੰਹ ਮੱਥੇ ਵੀ ਕਾਲੇ ਹੋ ਜਾਂਦੇ ਸੀਗੇ। ਲੇਕਿਨ ਹੁਣ ਕੀ ਹੈਗਾ, ਫਟਾਫਟ ਜਿਹੜਾ ਹੈ ਮਿੰਟਾਂ ਦੇ ਵਿੱਚ, ਅੱਧੇ ਘੰਟੇ ਦੇ ਵਿੱਚ ਆਪਾਂ ਸਾਰਾ ਕੰਮ ਕਰਕੇ ਰਸੋਈ 'ਚੋਂ ਬਾਹਰ ਆ ਜਾਂਦੇ ਹਾਂ। ਸੋ ਗੈਸ ਦੇ ਵਿੱਚ ਜਿਹੜਾ ਹੈਗਾ, ਗੈਸ ਦੇ ਆਉਣ ਨਾਲ ਜਿਹੜਾ ਹੈਗਾ, ਕੁਕਿੰਗ ਗੈਸ ਆਉਣ ਨਾਲ ਘੱਟ ਟਾਈਮ ਲੱਗਦਾ ਹੈਗਾ ਰੋਟੀ ਬਣਾਉਣ ਨੂੰ, ਮਿੰਟਾਂ 'ਚ ਕੰਮ ਹੋ ਜਾਂਦਾ। ਅਤੇ ਪਹੀਏ ਦੀ ਖੋਜ ਕਰਕੇ ਜਿਹੜਾ ਹੈ ਅਸੀਂ ਈਜ਼ੀਲੀ ਇੱਕ ਥਾਂ ਤੋਂ ਦੂਜੀ ਥਾਂ ਜਿਹੜਾ ਹੈ ਚਲੇ ਜਾਂਦੇ ਹੈਗੇ। ਪਹਿਲਾਂ ਪੈਦਲ ਲੋਕ ਚੱਲਦੇ ਹੁੰਦੇ ਸੀਗੇ, ਹੈ ਨਾ, ਸਾਈਕਲ 'ਤੇ ਜਾਂਦੇ ਸੀਗੇ, ਅਤੇ ਹੁਣ ਜਿਹੜਾ ਹੈਗਾ ਅਸੀਂ ਇੱਕ ਦੂਜੀ ਥਾਂ ਤੋਂ ਆਰਾਮ ਦੇ ਨਾਲ ਬੱਸਾਂ ਵਿੱਚ, ਕਾਰਾਂ ਦੇ ਵਿੱਚ, ਹੈ ਨਾ, ਗੱਡੀਆਂ ਦੇ ਵਿੱਚ, ਐਰੋਪਲੇਨਸ ਦੇ ਥਰੂ ਦੇਖੋ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਮੂਵ ਕਰਦੇ ਹਾਂ। ਤੋ ਟੈਕਨੋਲੋਜੀ ਜਿਹੜੀ ਹੈਗੀ ਆ ਮਨੁੱਖੀ ਵਿਕਾਸ ਵਿੱਚ ਅਹਿਮ ਰੋਲ ਜਿਹੜੀ ਹੈਗੀ ਹੈ ਪਲੇ ਕਰਦੀ ਹੈ। ਲੇਪੀਅਰ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਤਕਨੀਕ ਦਾ ਅਰਥ ਹੈ ਉਹ ਵਿਧੀਆਂ, ਉਹ ਗਿਆਨ, ਉਹ ਨਿਪੁੰਨਤਾਵਾਂ ਜਿਸ ਦੀ ਮਦਦ ਦੇ ਨਾਲ ਮਨੁੱਖ ਭੌਤਿਕ, ਅਭੌਤਿਕ, ਠੀਕ ਹੈ, ਮੈਟੀਰੀਅਲ ਅਤੇ ਨੋਨ ਮੈਟੀਰੀਅਲ ਚੀਜ਼ਾਂ 'ਤੇ ਕੰਟਰੋਲ ਕਰਦਾ ਅਤੇ ਵਰਤੋਂ ਦੇ ਵਿੱਚ ਵੀ ਲੈ ਕੇ ਆਉਂਦਾ। ਟੈਕਨੋਲੋਜੀ ਐਸੀ ਚੀਜ਼ ਹੈ ਕਿ ਮਨੁੱਖ ਦੇ ਕੋਲ ਗਿਆਨ ਆਉਂਦਾ ਹੈ, ਸਕਿੱਲਸ ਆਉਂਦੇ ਨੇ, ਅਤੇ ਉਹ ਮਟੀਰੀਅਲ ਨੋਨ ਮਟੀਰੀਅਲ ਕਲਚਰ ਨੂੰ ਜਿਹੜਾ ਹੈ ਕੰਟਰੋਲ ਕਰ ਲੈਂਦਾ। ਹੁਣ ਮਟੀਰੀਅਲ ਕਲਚਰ ਕੰਟਰੋਲ ਹੈ, ਠੀਕ ਹੈ, ਬਟਨ ਆਪਣੇ ਹੱਥਾਂ ਦੇ ਵਿੱਚ ਨੇ, ਠੀਕ ਹੈ, ਕੋਈ ਵੀ ਰਿਮੋਟ ਜਿਹੜਾ ਹੈਗਾ ਆਪਾਂ ਮਿੰਟ 'ਚ ਔਨ ਆਫ ਕਰ ਸਕਦੇ ਹਾਂ। ਤਾਂ ਇਹ ਜਿਹੜਾ ਹੈ ਮਟੀਰੀਅਲ ਕਲਚਰ। ਸੋ ਖੇਤੀ ਦੇ ਨਵੇਂ ਢੰਗਾਂ ਦਾ ਵੀ ਵਿਕਾਸ ਹੋਇਆ ਹੈਗਾ ਟੈਕਨੋਲੋਜੀ ਦੇ ਆਉਣ ਨਾਲ।
ਹਾਈਬ੍ਰਿਡ ਸੀਡ ਆਏ ਨੇ, ਜਿਵੇਂ ਗ੍ਰੀਨ ਰੈਵੋਲੂਸ਼ਨ ਆਈ ਹੈ ਨਾ। ਸੋ ਟੈਕਨੀਕ ਹੀ ਆਈ ਹੈ, ਨਵੀਆਂ ਖਾਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ, ਕੀਟਨਾਸ਼ਕਾਂ ਦਾ ਪ੍ਰਯੋਗ ਕੀਤਾ ਜਾ ਰਿਹਾ, ਖੇਤੀ ਵਿਕਸਿਤ ਹੋ ਗਈ ਹੈ। ਬੰਨ ਬਣਾਏ ਗਏ ਨੇ, ਇਹ ਵੀ ਤਾਂ ਟੈਕਨੋਲੋਜੀ ਐਡਵਾਂਸਮੈਂਟ ਕਰਕੇ ਨੇ, ਹੈ ਨਾ। ਬੰਨ ਬਣਾ ਕੇ ਹੜ੍ਹਾਂ ਤੋਂ ਰੋਕਥਾਮ ਕੀਤੀ ਗਈ ਹੈ। ਕਿਤੇ ਤਾਂ ਪਹਿਲਾਂ ਫਸਲਾਂ ਹੀ ਤਬਾਹ ਹੋ ਜਾਂਦੀਆਂ ਸੀ ਕੁਦਰਤੀ ਆਫਤਾਂ ਕਰਕੇ, ਹੁਣ ਅਸੀਂ ਕੁਦਰਤੀ ਆਫਤਾਂ ਨੂੰ ਵੀ ਜਿਹੜਾ ਹੈ ਉਹਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਟਿਊਬਲ ਅਸੀਂ ਬਣਾ ਰਹੇ ਹਾਂ, ਹੈ ਨਾ। ਟਿਊਬਲ ਲਗਾ ਕੇ ਸਿੰਚਾਈ ਦੀ ਵਿਵਸਥਾ ਹੋ ਗਈ ਹੈ। ਪਹਿਲਾਂ ਅਸੀਂ ਜਿਹੜਾ ਹੈ ਨੈਚੁਰਲ ਇਰੀਗੇਸ਼ਨ 'ਤੇ ਡਿਪੈਂਡ ਸੀਗੇ, ਹੁਣ ਅਸੀਂ ਆਰਟੀਫਿਸ਼ੀਅਲ ਇਰੀਗੇਸ਼ਨ 'ਤੇ ਡਿਪੈਂਡ ਆ। ਫਸਲਾਂ ਦੀ ਜਿਹੜੀ ਕਟਾਈ ਹੈਗੀ ਉਹ ਵੀ ਕੰਬਾਈਨਾਂ ਰਾਹੀਂ ਹੁੰਦੀ ਹੈ। ਜਿਵੇਂ ਹੁਣ ਵਾਢੀ ਦਾ ਸੀਜ਼ਨ ਚੱਲ ਰਿਹਾ ਹੈਗਾ, ਤਾਂ ਜਿਹੜੀਆਂ ਕਟਾਈਆਂ ਨੇ ਜਿਹੜੀਆਂ ਉਹ ਕੰਬਾਈਨਾਂ ਰਾਹੀਂ ਹੁੰਦੀਆਂ ਨੇ। ਸੋ ਕਿਸਾਨ ਜਿਹੜਾ ਹੈਗਾ ਇਸਦਾ ਸਮਾਂ ਬਹੁਤ ਜ਼ਿਆਦਾ ਬਚ ਜਾਂਦਾ। ਪਹਿਲਾਂ ਬੈਲਾਂ ਦੇ ਥਰੂ ਜੋਤਦਾ ਹੁੰਦਾ ਸੀਗਾ, ਹੁਣ ਦੇਖੋ ਜਿਹੜਾ ਹੈ ਕਿੰਨੀਆਂ ਸਾਰੀਆਂ ਮਸ਼ੀਨਾਂ ਖੇਤੀ ਦੇ ਵਿੱਚ ਇੰਟਰੋਡਿਊਸ ਹੋ ਚੁੱਕੀਆਂ ਨੇ। ਉਤਪਾਦਨ ਖੇਤਰ ਦੇ ਵਿੱਚ ਪਰਿਵਰਤਨ, ਤਕਨੀਕ ਦੇ ਆਉਣ ਨਾਲ ਉਤਪਾਦਨ ਖੇਤਰ ਦੇ ਜਿਹੜਾ ਆਪਾਂ ਗੱਲ ਕਰੀਏ ਤਾਂ ਉਤਪਾਦਨ ਵੱਧ ਗਿਆ ਹੈ। ਛੋਟੇ ਛੋਟੇ ਉਦਯੋਗਾਂ ਦਾ ਕੰਮ ਵੱਡੇ ਵੱਡੇ ਉਦਯੋਗਾਂ ਵੱਲ ਚਲਾ ਗਿਆ। ਛੋਟੇ ਜਿਹੜੇ ਹੈ ਉਦਯੋਗ ਉਹ ਕਾਫੀ ਘੱਟ ਗਏ ਨੇ, ਵੱਡੇ ਉਦਯੋਗ ਜਿਹੜੇ ਨੇ ਆ ਗਏ ਨੇ, ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗ ਗਿਆ। ਔਰਤਾਂ ਵੀ ਘਰੋਂ ਬਾਹਰ ਆ ਕੇ ਜਿਹੜੀਆਂ ਹੈ ਕੰਮ ਕਰਨ ਲੱਗ ਗਈਆਂ ਨੇ, ਉਹਨਾਂ ਦੀ ਸਥਿਤੀ ਜਿਹੜੀ ਹੈ ਉੱਚੀ ਹੋ ਗਈ ਹੈ, ਬਰਾਬਰ ਕੰਮ ਕਰਦੀਆਂ ਨੇ। ਉਤਪਾਦਨ 'ਤੇ ਘੱਟ ਖਰਚਾ ਹੋਣ ਲੱਗ ਗਿਆ, ਕੰਮ ਜਲਦੀ ਹੋਣ ਲੱਗ ਗਿਆ, ਵਧੀਆ ਹੋਣ ਲੱਗ ਗਿਆ। ਅਤੇ ਅਜੋਕੇ ਸਮੇਂ ਵਿੱਚ ਕੱਪੜਾ, ਚੀਨੀਆਂ ਅਤੇ ਬਹੁਤ ਸਾਰੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਇੰਡਸਟਰੀਜ਼, ਉਹਨਾਂ ਦੇ ਥਰੂ ਲੋਕਾਂ ਨੂੰ ਕੰਮ ਮਿਲ ਰਿਹਾ। ਤਾਂ ਉਤਪਾਦਨ ਟੈਕਨੋਲੋਜੀ ਦੇ ਨਾਲ ਉਤਪਾਦਨ ਵਧਿਆ, ਉਤਪਾਦਨ ਦੇ ਨਾਲ ਉਦਯੋਗੀਕਰਨ ਵੀ ਹੋਇਆ, ਜਿਸ ਕਰਕੇ ਬਹੁਤ ਸਾਰੇ ਲੱਖਾਂ ਲੋਕਾਂ ਨੂੰ ਕੰਮ ਮਿਲਿਆ। ਸਿੱਖਿਆ ਦਾ ਪ੍ਰਸਾਰ, ਸੋ ਟੈਕਨੋਲੋਜੀ ਦੇ ਆਉਣ ਨਾਲ ਸ਼ਹਿਰੀਕਰਨ ਹੋ ਗਿਆ ਹੈ ਨਾ। ਲੋਕ ਜਿਹੜੇ ਨੇ ਸ਼ਹਿਰਾਂ ਵੱਲ ਮੂਵ ਕਰ ਰਹੇ ਨੇ, ਉਦਯੋਗੀਕਰਨ ਹੋ ਰਿਹਾ, ਕਿਉਂਕਿ ਤਾਂ ਹੀ ਲੋਕ ਮੂਵ ਕਰ ਰਹੇ ਨੇ। ਉਸ ਦੇ ਨਾਲ ਕੀ ਹੋ ਰਿਹਾ ਹੈ, ਜਿੱਥੇ ਜਿੱਥੇ ਲੋਕ ਮੂਵ ਕਰ ਰਹੇ ਨੇ ਉੱਥੇ ਉੱਥੇ ਸਕੂਲ, ਬਾਜ਼ਾਰ ਬਣ ਰਹੇ ਨੇ, ਸਕੂਲ ਬਣ ਰਹੇ ਨੇ, ਹੈ ਨਾ। ਡਿਸਪੈਂਸਰੀਜ਼ ਖੁੱਲ੍ਹ ਰਹੀਆਂ ਨੇ, ਸਿਹਤ ਸੇਵਾਵਾਂ ਖੁੱਲ੍ਹ ਰਹੀਆਂ ਨੇ, ਦਫ਼ਤਰ, ਬੈਂਕ ਸਭ ਕੁਝ ਉੱਥੇ ਖੁੱਲ੍ਹ ਰਿਹਾ, ਹੈ ਨਾ। ਤਾਂ ਇਸ ਦੇ ਨਾਲ ਕੀ ਹੋ ਰਿਹਾ ਹੈਗਾ, ਸਿੱਖਿਆ ਦਾ ਵੀ ਪ੍ਰਸਾਰ ਹੋ ਰਿਹਾ, ਕਿਉਂਕਿ ਜਿਹੜੇ ਲੋਕ ਮੂਵ ਕਰਕੇ ਆ ਰਹੇ ਨੇ ਉਹਨਾਂ ਨੇ ਆਪਣੇ ਬੱਚੇ ਵੀ ਪੜ੍ਹਾਉਣੇ ਆ। ਦੂਜੀ ਗੱਲ, ਔਨਲਾਈਨ ਐਜੂਕੇਸ਼ਨ ਵੀ, ਜਿਹੜੇ ਬੱਚੇ ਰਿਮੋਟ ਏਰੀਆਜ਼ 'ਚ ਰਹਿ ਰਹੇ ਨੇ, ਬਹੁਤ ਹੀ ਜ਼ਿਆਦਾ ਅੰਡਰ ਡਿਵੈਲਪਡ ਏਰੀਏ 'ਚ ਰਹਿ ਰਹੇ ਨੇ, ਉੱਥੇ ਬੱਚਿਆਂ ਨੂੰ ਜਿਹੜਾ ਪੜ੍ਹਾਇਆ ਜਾਂਦਾ ਹੈ ਉਹ ਔਨਲਾਈਨ ਐਜੂਕੇਸ਼ਨ ਦੇ ਥਰੂ ਹੀ ਪੜ੍ਹਾਇਆ ਜਾਂਦਾ ਹੈ। ਵੱਡੀਆਂ ਵੱਡੀਆਂ LCDs ਲਗਾ ਦਿੱਤੀਆਂ ਜਾਂਦੀਆਂ ਨੇ, ਅਤੇ ਕਾਫੀ ਸਾਰੇ ਬੱਚਿਆਂ ਨੂੰ ਜਿਹੜਾ ਹੈ ਇਕੱਠੇ ਕਰਕੇ ਲੈ ਕੇ ਆਇਆ ਜਾਂਦਾ ਹੈ, ਉੱਥੇ ਬਿਠਾਇਆ ਜਾਂਦਾ ਕਿ ਤੁਸੀਂ ਪੜ੍ਹੋ, ਠੀਕ ਹੈ। ਸੋ ਇੱਦਾਂ ਐਜੂਕੇਸ਼ਨ ਜਿਹੜੀ ਹੈਗੀ ਦਿੱਤੀ ਜਾਂਦੀ ਹੈ। ਸੋ ਹੁਣ ਜਦੋਂ ਕਰੋਨਾ ਆਇਆ ਸੀ, ਹੈ ਨਾ, ਕੋਵਿਡ ਟਾਈਮ ਚੱਲ ਰਿਹਾ ਸੀ, ਤਾਂ ਆਪਾਂ ਸਾਰਿਆਂ ਨੇ ਜਿਹੜਾ ਹੈ ਔਨਲਾਈਨ ਐਜੂਕੇਸ਼ਨ ਦੇ ਥਰੂ ਐਜੂਕੇਸ਼ਨ ਆਪਣੀ ਲਈ ਹੈ। ਸੋ ਇਹ ਜਿਹੜਾ ਹੈ ਟੈਕਨੋਲੋਜੀ ਕਰਕੇ ਹੀ, ਅਗਰ ਟੈਕਨੋਲੋਜੀ ਨਾ ਹੁੰਦੀ, ਘਰੇ ਬੈਠੇ ਰਹਿੰਦੇ ਅਤੇ 2 ਸਾਲਾਂ 'ਚ ਆਪਾਂ ਨੇ ਬਿਲਕੁਲ ਹੀ ਬਾਂਦਰ ਬਣ ਜਾਣਾ ਸੀਗਾ, ਬਿਕੋਜ਼ ਆਪਾਂ ਨੇ ਖਾਣਾ ਸੀ, ਪੀਣਾ ਸੀ ਔਰ ਫੁੱਲ ਜਾਣਾ ਸੀ, ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਔਨਲਾਈਨ ਐਜੂਕੇਸ਼ਨ ਕੀਤੀ, ਬਹੁਤ ਸਾਰੇ ਨੇ ਆਪਣੀਆਂ YouTube ਦੇ ਥਰੂ ਸਕਿੱਲਸ ਡਿਵੈਲਪ ਕੀਤੀਆਂ, ਹੈ ਨਾ। ਇੰਸਟਾਗ੍ਰਾਮ ਦੇ ਥਰੂ ਸਕਿੱਲਸ ਡਿਵੈਲਪਮੈਂਟ ਕੀਤੀਆਂ। ਦੇਖੋ ਕੁਕਿੰਗ ਦੇ ਕਾਫੀ ਸਾਰੇ ਚੈਨਲ ਖੁੱਲ੍ਹ ਗਏ ਨੇ, ਐਜੂਕੇਸ਼ਨ ਦੇ ਚੈਨਲ ਕਾਫੀ ਸਾਰੇ ਖੁੱਲ੍ਹ ਗਏ ਨੇ, ਹੈ ਨਾ। ਸੋ ਕਾਫੀ ਸਾਰੀ ਜਿਹੜੀ ਹੈਗੀ ਹੈ ਟੈਕਨੋਲੋਜੀ ਦੇ ਕਰਕੇ ਹੀ ਇਹ ਸਾਰੀਆਂ ਚੀਜ਼ਾਂ ਪੋਸੀਬਲ ਹੋਈਆਂ। ਸੋ ਮਨੋਰੰਜਨ ਦੇ ਸਾਧਨ, ਟੈਕਨੋਲੋਜੀ ਦੇ ਆਉਣ ਨਾਲ ਸਿਨੇਮਾ ਆਏ, TV ਆਏ, ਰੇਡੀਓ ਆਏ, ਮੋਬਾਈਲ ਫੋਨਸ ਆਏ, ਤਾਂ ਮਨੋਰੰਜਨ ਦੇ ਵੀ ਕਾਫੀ ਸਾਰੇ ਸਾਧਨ ਡਿਵੈਲਪ ਆਏ, ਤਾਂ ਸੋਸ਼ਲ ਚੇਂਜ ਆਇਆ। ਆਵਾਜਾਈ ਦੇ ਸਾਧਨ, ਟੈਕਨੋਲੋਜੀ ਦੇ ਆਉਣ ਨਾਲ ਜਿਹੜਾ ਹੈ ਸੰਚਾਰ ਦੇ ਸਾਧਨ ਦਾ ਵਿਕਾਸ ਹੋਇਆ, ਉੱਥੇ ਹੀ ਆਵਾਜਾਈ ਦੇ ਸਾਧਨਾਂ ਦਾ ਵੀ ਵਿਕਾਸ ਹੋਇਆ। ਇੱਕ ਥਾਂ ਤੋਂ, ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ, ਦੂਜੀ ਥਾਂ ਤੱਕ ਜਾਣਾ ਆਸਾਨ ਹੋ ਗਿਆ। ਕੁਝ ਘੰਟਿਆਂ ਦੇ ਵਿੱਚ ਜਿਹੜਾ ਹੈ ਅਸੀਂ ਇੱਕ ਦੇਸ਼ ਤੋਂ ਦੂਜੇ ਥਾਂ ਦੇ ਵਿੱਚ 7 ਸਮੁੰਦਰ ਪਾਰ ਪਹੁੰਚ ਸਕਦੇ ਹਾਂ। ਸੋ ਇਹ ਸਾਰਾ ਕਿਉਂ ਹੈ, ਕਿਉਂਕਿ ਟੈਕਨੋਲੋਜੀ ਹੈ। ਸੋ ਵਿਆਹ ਪਰਿਵਾਰਾਂ 'ਤੇ ਅਸਰ, ਹੁਣ ਦੇਖੋ ਟੈਕਨੋਲੋਜੀ ਆਈ, ਪਹਿਲਾਂ ਕੀ ਵਿਆਹ ਹੁੰਦਾ ਸੀਗਾ ਤਾਂ ਇੱਕ ਪਵਿੱਤਰ ਬੰਧਨ ਹੁੰਦਾ ਸੀਗਾ, ਤਾਂ ਸਿਖਾਇਆ ਜਾਂਦਾ ਸੀ ਕਿ ਹੁਣ ਤੁਸੀਂ ਜਿਹੜਾ ਹੈ ਇਹੀ ਤੁਹਾਡਾ ਘਰ ਹੈ ਨਾ, ਲੜਕੀਆਂ ਨੂੰ। ਅਤੇ ਇੱਕ ਪਵਿੱਤਰ ਰਸਮ ਜਿਹੜੀ ਸੀ ਇਹ ਮੰਨੀ ਜਾਂਦੀ ਸੀ, ਅਤੇ ਸਾਰੀ ਉਮਰ ਜਿਹੜਾ ਹੈ ਉਹ ਰਸਮ ਨਿਭਾਈ ਜਾਂਦੀ ਸੀ। ਚਾਹੇ ਬਹੁਤ ਬੰਦਾ ਦੁਖੀ ਹੈ, ਲੜਕੀ ਬਹੁਤ ਦੁਖੀ ਹੈ, ਲੇਕਿਨ ਸਹੁਰੇ ਘਰ ਦੇ ਵਿੱਚ ਉਸਨੇ ਕੱਟਣਾ ਹੀ ਕੱਟਣਾ ਸੀ। ਲੇਕਿਨ ਹੁਣ ਟੈਕਨੋਲੋਜੀ ਆ ਗਈ ਹੈਗੀ ਹੈ, ਸਾਰੇ ਕਿਤੇ ਜਿਹੜਾ ਹੈ ਆਪਾਂ ਦੇਖਦੇ ਹਾਂ TV ਦੇ ਵਿੱਚ ਵੀ ਤਲਾਕ ਹੋ ਰਿਹਾ ਜੀ, ਹੈ ਨਾ। ਕਿੰਨੇ ਸਾਰੇ ਨਾਟਕ ਚੱਲਦੇ ਨੇ, ਕੁਮਕੁਮ ਭਾਗਿਆ, ਇਹ ਰਿਸ਼ਤਾ ਕਿਆ ਕਹਿਲਾਤਾ ਹੈ, ਮਤਲਬ ਉਹਦੇ ਥਰੂ ਇਹ ਲੜਕੀਆਂ ਬਿਲਕੁਲ ਅਵੇਅਰ ਹੋ ਗਈਆਂ ਕਿ ਕੋਈ ਗੱਲ ਨਹੀਂ, ਅਗਰ ਇਹਦੇ ਨਾਲ ਨਹੀਂ ਹੋ ਰਿਹਾ ਉਹਦੇ ਨਾਲ ਨਹੀਂ ਹੋ, ਮਤਲਬ ਇੱਦਾਂ ਜਿਹੜੀ ਹੈ ਚੀਜ਼ਾਂ ਚੱਲ ਰਹੀਆਂ ਨੇ, ਅਤੇ ਚੋਇਸ ਹੋ ਗਈ ਹੈ ਲੜਕੀਆਂ ਕੋਲ, ਹੈ ਨਾ। ਇੱਕ ਤਾਂ ਪਹਿਲਾਂ ਲੇਟ ਵਿਆਹ ਨਹੀਂ ਸੀ ਹੁੰਦਾ, ਜਲਦੀ ਵਿਆਹ ਹੋ ਜਾਂਦਾ ਸੀ, ਹੁਣ ਲੇਟ ਵਿਆਹ ਹੁੰਦੇ ਨੇ। ਵਿਆਹ ਦੇ ਮਾਇਨੇ ਬਦਲ ਗਏ ਨੇ, ਪਹਿਲਾਂ ਜੁਆਇੰਟ ਫੈਮਲੀਜ਼ ਹੁੰਦੀਆਂ ਸੀ, ਐਕਸਟੈਂਡਡ ਫੈਮਲੀਜ਼ ਹੁੰਦੀਆਂ ਸੀ, ਹੁਣ ਜਿਹੜੀਆਂ ਹੈ
ਛੋਟੇ ਪਰਿਵਾਰ ਹੋ ਗਏ ਨੇ, ਨਿਊਕਲੀਅਰ ਫੈਮਲੀਜ਼ ਹੋ ਗਈਆਂ ਨੇ, ਹੈ ਨਾ, ਕੇਂਦਰੀ ਪਰਿਵਾਰ ਜਿਹਨੂੰ ਕਹਿੰਦੇ ਆ। ਤਾਂ ਮਤਲਬ ਜਿਹੜਾ ਹੈ ਵਿਆਹ ਅਤੇ ਪਰਿਵਾਰ ਦਾ ਜਿਹੜਾ ਐਗਜ਼ਿਸਟੈਂਸ ਸੀ ਉਹ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ, ਕਿਉਂਕਿ ਡਾਈਵੋਰਸ ਇੱਕਦਮ ਹੀ ਆਰਾਮ ਦੇ ਨਾਲ ਕਹਿ ਦਿੱਤਾ ਜਾਂਦਾ ਕਿ ਮੈਨੂੰ ਡਾਈਵੋਰਸ ਚਾਹੀਦਾ ਹੈ ਨਾ। ਸੋ ਐਗਜ਼ਾਮਪਲ ਆਪਾਂ ਦੇਖਦੇ ਹਾਂ ਕਿ ਵਿਆਹ ਤੋਂ 15ਵੇਂ ਦਿਨ ਹੀ ਲੜਕੀ ਨੂੰ ਛੱਡ ਦਿੱਤਾ ਜਾਂਦਾ ਹੈ, ਫਿਰ 2-3 ਮਹੀਨਿਆਂ ਬਾਅਦ ਜਿਹੜਾ ਹੈ ਲੜਕਾ ਵਿਆਹ ਕਰਾ ਲੈਂਦਾ ਅਤੇ ਲੜਕੀ ਵੀ ਵਿਆਹ ਕਰਵਾ ਲੈਂਦੀ ਹੈ। ਮਤਲਬ ਕੋਈ ਵੀ ਉਹਨਾਂ ਦੇ ਸ਼ਿਕਨ ਨਹੀਂ ਆਉਂਦੀ ਹੈਗੀ, ਤਾਂ ਕਹਿੰਦੇ ਵੀ ਨਹੀਂ ਹੋ ਰਿਹਾ ਤਾਂ ਨਹੀਂ ਹੋ ਰਿਹਾ, ਦੈਟਸ ਇਟ। ਤਾਂ ਮਾਇਨੇ ਜਿਹੜੇ ਨੇ ਉਹ ਬਦਲ ਰਹੇ ਨੇ। ਅੰਤਰਜਾਤੀ ਵਿਆਹ ਨੇ ਜਿਹੜੇ ਪਹਿਲਾਂ ਇਨ ਗਰੁੱਪ ਮੈਰਿਜਸ ਹੁੰਦੀਆਂ ਸੀ, ਹੁਣ ਦੂਜੀ ਜਾਤ ਦੇ ਵਿੱਚ, ਦੂਜੇ ਰਿਲੀਜਨ ਦੇ ਵਿੱਚ ਵੀ ਜਿਹੜਾ ਹੈ ਵਿਆਹ ਦੇਖਣ ਨੂੰ ਮਿਲ ਰਹੇ ਨੇ। ਪਹਿਲਾਂ ਕੀ ਹੁੰਦਾ ਸੀ, ਇੱਕੋ ਰਿਲੀਜਨ ਦੇ ਵਿੱਚ ਵਿਆਹ ਹੁੰਦਾ ਸੀ, ਲੇਕਿਨ ਜਿਹੜੀ ਸੀ ਗੋਤਰਾਂ 'ਚ ਵਿਆਹ ਨਹੀਂ ਸੀ ਹੁੰਦਾ, ਲੇਕਿਨ ਇੱਕੋ ਹੀ ਅੰਤਰਜਾਤੀ ਸਮੂਹ ਮਤਲਬ ਕਿ ਵਿਦਿਨ ਦਾ ਗਰੁੱਪ ਹੀ ਜਿਹੜੀ ਸੀ ਮੈਰਿਜ ਪਰਫੋਰਮ ਕੀਤੀ ਜਾਂਦੀ ਸੀ। ਲੇਕਿਨ ਹੁਣ ਜਿਹੜਾ ਹੈ ਜੱਟਾਂ ਦਾ ਵਿਆਹ ਜਿਹੜਾ ਹੈ ਖੱਤਰੀ ਜਾਤ ਦੇ ਲੜਕੀਆਂ ਦੇ ਨਾਲ, ਹੈ ਨਾ, ਬਾਹਮਣ ਜਾਤ ਦੇ ਲੜਕੇ ਦਾ ਖੱਤਰੀ ਜਾਤ ਦੀ ਲੜਕੀ ਦੇ ਨਾਲ ਵਿਆਹ, ਮਤਲਬ ਇੱਦਾਂ ਜਿਹੜੇ ਹੈ ਮੈਰਿਜਸ ਹੋ ਰਹੇ ਨੇ। ਜਾਤ ਪਾਤ ਦਾ ਖਾਤਮਾ ਹੋ ਗਿਆ, ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ, ਪਿੰਡਾਂ 'ਚ ਲੋਕ ਰਹਿੰਦੇ ਸੀ ਤਾਂ ਜਾਤ ਪਾਤ ਬਹੁਤ ਜ਼ਿਆਦਾ ਸੀਗੀ। ਪਰ ਹੁਣ ਜਦੋਂ ਉਦਯੋਗੀਕਰਨ ਹੋ ਰਿਹਾ, ਸ਼ਹਿਰਾਂ ਵੱਲ ਮੂਵ ਕਰ ਰਹੇ ਆ, ਇਕੱਠੇ ਉਹ ਸ਼ਿਫਟਾਂ ਦੇ ਵਿੱਚ ਜਦੋਂ ਰਿਸੈਸ ਹੁੰਦੀ ਹੈ ਨਾ, ਹਾਫ ਟਾਈਮ ਹੁੰਦਾ ਤਾਂ ਰੋਟੀ ਖਾਂਦੇ, ਤਾਂ ਇਕੱਠੇ ਬੈਠ ਕੇ ਰੋਟੀ ਖਾਂਦੇ। ਸੋ ਜਾਤ ਪਾਤ ਦਾ ਵਿਤਕਰਾ ਜਿਹੜਾ ਹੈ ਖਤਮ ਹੋ ਰਿਹਾ ਹੈਗਾ। ਸਕੂਲਾਂ ਦੇ ਵਿੱਚ ਜਿਹੜੇ ਹੈਗੇ ਨੇ ਬੱਚੇ ਵੱਖ-ਵੱਖ ਜਾਤਾਂ ਧਰਮਾਂ ਨਸਲਾਂ ਦੇ ਰਹਿੰਦੇ ਆਉਂਦੇ ਨੇ ਪੜ੍ਹਨ ਲਈ, ਤਾਂ ਉਹ ਜਿਹੜੇ ਹੈਗੇ ਜਾਤ ਪਾਤ ਦਾ ਵਿਤਕਰਾ ਬਿਲਕੁਲ ਹੀ ਖਤਮ ਹੁੰਦਾ ਜਾ ਰਿਹਾ ਹੈ। ਕੰਮ ਦੀ ਵੰਡ, ਤਕਨੀਕ ਦੇ ਆਉਣ ਨਾਲ ਕੀ ਹੋਇਆ ਕਿ ਕੁਸ਼ਲਤਾ ਦਾ ਵਿਕਾਸ ਹੋ ਗਿਆ, ਸਕਿੱਲਸ। ਹੁਣ ਜਿਹਦੇ ਕੋਲ ਸਕਿੱਲਸ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾ ਸਕਦਾ ਹੈ, ਠੀਕ ਹੈ। ਜਿਹਦੇ ਕੋਲ ਐਜੂਕੇਸ਼ਨ ਹੈ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾ ਸਕਦਾ ਹੈ। ਸੋ ਔਰਤਾਂ ਜਿਹੜੀਆਂ ਨੇ ਆਦਮੀਆਂ ਦੇ ਬਰਾਬਰ ਪੈਸਾ ਕਮਾ ਸਕਦੀਆਂ ਨੇ, ਠੀਕ ਹੈ। ਉਹਨਾਂ ਨੂੰ ਬਰਾਬਰ ਦੇ ਜਿਹੜੇ ਹੈਗੇ ਨੇ ਵਰਕਿੰਗ ਆਵਰਸ ਮਿਲਦੇ ਨੇ, ਛੁੱਟੀਆਂ ਮਿਲਦੀਆਂ ਨੇ, ਸਗੋਂ ਜ਼ਿਆਦਾ ਹੀ ਮਿਲਦੀਆਂ ਨੇ, ਹੈ ਨਾ। ਸੋ ਕੰਮ ਦੀ ਵੰਡ ਜਿਹੜੀ ਹੈਗੀ ਹੈ ਉਹ ਘਰ ਦਾ ਕੰਮ ਹੀ ਨਹੀਂ ਕਰਦੀਆਂ। ਹੁਣ ਆਪਾਂ ਦੇਖਦੇ ਹਾਂ ਨਾ ਕਿ ਕੁੱਕ ਜਿਹੜੇ ਨੇ ਉਹ ਮੇਲਸ ਵੀ ਹੁੰਦੇ ਨੇ। ਪਹਿਲਾਂ ਕੁੱਕ ਕੌਣ ਹੁੰਦਾ ਸੀ, ਲੇਡੀਜ਼ ਹੀ ਘਰ ਦਾ ਕੰਮ ਕਰਦੀਆਂ ਸੀ, ਕੁਕਿੰਗ ਦਾ ਕੰਮ। ਲੇਕਿਨ ਹੁਣ ਆਪਾਂ ਦੇਖਦੇ ਨਾ ਮਾਸਟਰ ਸ਼ੈਫ ਦੇ ਵਿੱਚ ਕਿ ਲੜਕੇ ਹੀ ਜਿਹੜੇ ਹੈਗੇ ਨੇ ਕੁੱਕ ਦਾ ਕੰਮ, ਸ਼ੈਫ ਦਾ ਕੰਮ ਕਰਦੇ ਨੇ, ਹੈ ਨਾ। ਸੋ ਇਹ ਚੀਜ਼ ਖਤਮ ਹੋ ਗਈ ਹੈ ਕਿ ਲੜਕੀਆਂ ਘਰ ਦਾ ਕੰਮ ਕਰਨਗੀਆਂ। ਤਾਂ ਸਵੀਪਰ ਜਿਹੜੇ ਨੇ ਉਹ ਲੜਕੇ ਵੀ ਹੁੰਦੇ ਨੇ। ਸੋ ਐਸਾ ਜਿਹੜੀ ਹੈਗੀ ਹੈ ਟੈਕਨੋਲੋਜੀ ਦੇ ਆਉਣ ਨਾਲ ਸਮਾਜਿਕ ਪਰਿਵਰਤਨ ਹੋਇਆ ਹੈ। ਇਕਨੋਮਿਕਲ ਫੈਕਟਰਸ, ਆਰਥਿਕ ਕਾਰਕ ਸਮਾਜਿਕ ਪਰਿਵਰਤਨ ਲਈ ਤਕਨੀਕੀ ਸੰਸਕ੍ਰਿਤਿਕ ਵਸੋਂ ਕਾਰਕ ਹੀ ਜ਼ਿੰਮੇਵਾਰ ਨਹੀਂ ਹੈ, ਆਰਥਿਕ ਕਾਰਕ ਵੀ ਨੇ। ਕਿਉਂਕਿ ਜੇ ਕੋਈ ਦੇਸ਼ ਆਰਥਿਕ ਉੱਨਤੀ ਕਰੇਗਾ ਤਾਂ ਇਸ ਦੇ ਨਾਲ ਉਹ ਉਨਾ ਹੀ ਵਿਕਸਿਤ ਹੋਏਗਾ। ਸੋ ਕਾਰਲ ਮਾਰਕਸ ਜਿਹੜੇ ਪੋਲੀਟੀਕਲ ਦੇ ਬਹੁਤ ਹੀ ਜ਼ਿਆਦਾ ਫੇਮਸ ਥਿੰਕਰ ਨੇ, ਸੋ ਉਹਨਾਂ ਨੇ ਵੀ ਕਿਹਾ, ਕਹਿੰਦੇ ਸਾਡਾ ਜਿਹੜਾ ਮੌਜੂਦ ਸਮਾਜ ਹੈ ਉਹ ਬਹੁਤ ਸਾਰੀਆਂ ਸਟੇਜਾਂ 'ਚੋਂ ਨਿਕਲਿਆ। ਜਿਹੜਾ ਹੁਣ ਦਾ ਸਮਾਜ ਹੈ ਇਹ ਬਹੁਤ ਹੀ ਲੇਟ ਡਿਵੈਲਪ ਹੋਇਆ ਹੈ ਅਤੇ ਕਾਫੀ ਸਾਰੀਆਂ ਸਟੇਜਾਂ ਤੋਂ ਨਿਕਲ ਕੇ ਹੀ ਡਿਵੈਲਪ ਹੋਇਆ। ਸਮਾਜ ਦਾ ਹੌਲੀ ਹੌਲੀ ਵਿਕਾਸ ਹੋਇਆ, ਇੱਕਦਮ ਵਿਕਾਸ ਸਮਾਜ ਦਾ ਨਹੀਂ ਹੋਇਆ। ਪੜਾਵਾਂ ਵਿੱਚੋਂ ਵੱਖ-ਵੱਖ ਪੈਦਾਵਾਰ ਆਰਥਿਕ ਢਾਂਚੇ ਰਹੇ ਨੇ, ਠੀਕ ਹੈ। ਪੜਾਅ 'ਚ ਕੀ ਰਹੇ ਨੇ, ਵੱਖ-ਵੱਖ ਤਰ੍ਹਾਂ ਦੀ ਪੈਦਾਵਾਰ ਹਾਲਾਤਾਂ ਰਹੀਆਂ ਨੇ, ਆਰਥਿਕ ਢਾਂਚੇ ਸਿਸਟਮ ਵੀ ਅਲੱਗ-ਅਲੱਗ ਰਿਹਾ। ਪਹਿਲਾਂ ਸਰਲ ਸਮਾਜ ਸੀਗਾ, ਸਿਰਫ ਗੁਜ਼ਾਰੇ ਜੋਗਾ ਉਤਪਾਦਨ ਕੀਤਾ ਜਾਂਦਾ ਸੀ। ਹੌਲੀ ਹੌਲੀ ਫਿਰ ਮਨੁੱਖ ਕੀ ਕਰਨ ਲੱਗ ਗਿਆ, ਉਸਨੂੰ ਸਟੋਰ ਕਰਨ ਲੱਗ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਹੈਗਾ, ਉਹ ਵੇਚਣ ਵੀ ਲੱਗ ਗਿਆ, ਇੱਕ ਦੂਜੇ ਨਾਲ ਵਪਾਰ ਕਰਨ ਲੱਗ ਗਿਆ। ਸੋ ਇਹ ਸਾਰੀਆਂ ਸਟੇਜਾਂ 'ਚੋਂ ਨਿਕਲ ਕੇ ਮਨੁੱਖ ਹੁਣ ਦੇ ਕੰਪਲੈਕਸ ਨੇਚਰ ਦੇ ਵਿੱਚ ਪਹੁੰਚਿਆ ਹੈ। ਆਜ਼ਾਦੀ ਤੋਂ ਬਾਅਦ 'ਚ ਭੁੱਖਮਰੀ ਕਿੰਨੀ ਫੈਲੀ ਹੈ, ਗਰੀਬੀ ਕਾਰਨ ਆਰਥਿਕਤਾ ਬਿਲਕੁਲ ਨੀਚੇ ਚਲੀ ਗਈ ਸੀਗੀ। ਸੋ GDP ਰੇਟ ਕਾਫੀ ਥੱਲੇ ਚਲਾ ਗਿਆ ਸੀਗਾ। ਹੁਣ ਤੱਕ GDP ਰੇਟ ਆਪਣਾ ਕੰਟਰੋਲ 'ਚ ਨਹੀਂ ਆਇਆ। ਤਾਂ 1960s ਦੇ ਵਿੱਚ ਕੀ ਹੋਇਆ ਸੀ, ਹਰੀ ਕ੍ਰਾਂਤੀ ਲਿਆਤੀ ਗਈ। ਤਾਂ ਉਹਦੇ ਵਿੱਚ ਕਣਕ ਅਤੇ ਚਾਵਲ ਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਨੋ ਡਾਊਟ ਇਨਕਰੀਜ਼ ਹੋਇਆ। ਕੁਝ ਕੁ ਏਰੀਆਜ਼ 'ਚ ਪਹਿਲਾਂ ਸਟਾਰਟ ਕੀਤੀ, ਫਿਰ ਕਾਫੀ ਸਾਰੇ ਏਰੀਆ ਦੇ ਵਿੱਚ ਇਸ ਨੂੰ ਜਿਹੜਾ ਸੀਗਾ ਉਹ ਕੀਤਾ ਗਿਆ। ਸੋ ਉਸ ਤੋਂ ਬਾਅਦ 'ਚ ਕਾਫੀ ਸਾਰੀਆਂ ਕ੍ਰਾਂਤੀਆਂ ਹੋਰ ਆਈਆਂ ਨੇ। ਦੁੱਧ ਵਾਲੀ ਕ੍ਰਾਂਤੀ ਹੋਈ, ਵਾਈਟ ਕ੍ਰਾਂਤੀ ਹੋ ਗਈ, ਬਲੂ ਕ੍ਰਾਂਤੀ ਹੋ ਗਈ, ਹੈ ਨਾ। ਸੋ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਹੈ ਗ੍ਰੀਨ ਰੈਵੋਲਿਊਸ਼ਨ ਕਰਕੇ ਜਿਹੜੀ ਹਰੀ ਕ੍ਰਾਂਤੀ ਆਈ ਹੈ 1960s ਦੇ ਵਿੱਚ, ਉਹਦੇ ਨਾਲ ਜਿਹੜਾ ਦੇਸ਼ ਵਿਦੇਸ਼ ਦੇ ਨਾਲ ਵਪਾਰ ਹੋਰ ਵੱਧ ਗਿਆ। ਬਿਕੋਜ਼ ਪ੍ਰੋਡਕਸ਼ਨ ਜਿਹੜੀ ਸੀ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਸੀ। ਨਵੇਂ ਸੁਧਰੇ ਬੀਜ, ਕੀਟਨਾਸ਼ਕਾਂ ਦੀ ਰੇਹ ਦੀ ਵਰਤੋਂ, ਹੈ ਨਾ, ਇਸ ਦੇ ਨਾਲ ਕੀ ਹੋਇਆ ਸੀ, ਪ੍ਰੋਡਕਸ਼ਨ ਕਾਫੀ ਵੱਧ ਗਈ ਸੀ। ਉਤਪਾਦਨ ਉਪਭੋਗ ਜਿਹੜਾ ਹੈ, ਸੋ ਜੇ ਤਕਨੀਕ ਆਉਣ ਨਾਲ ਆਰਥਿਕ ਪਰਿਵਰਤਨ ਆਇਆ ਤਾਂ ਆਰਥਿਕਤਾ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਇੱਕ ਚੀਜ਼ ਨੂੰ ਪ੍ਰਭਾਵਿਤ ਨਹੀਂ ਕਰਦੀ, ਸਮਾਜਿਕ ਸੰਸਥਾਵਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜੇ ਸਮਾਜ ਵਿੱਚ ਉਤਪਾਦਨ ਘੱਟ ਹੈ ਤਾਂ ਗਤੀਸ਼ੀਲ ਸਮਾਜ ਘੱਟ ਹੋਏਗਾ। ਦੇਖੋ, ਅਗਰ ਉਤਪਾਦਨ ਘੱਟ ਹੈ ਆਪਾਂ ਇੱਕ ਦੂਜੇ ਤੋਂ ਸਮਾਨ ਜਿਹੜਾ ਹੈ ਘੱਟ ਲਵਾਂਗੇ। ਲੇਕਿਨ ਜੇ ਉਤਪਾਦਨ ਵੱਧ ਹੈ ਤਾਂ ਗਤੀਸ਼ੀਲਤਾ ਵੱਧ ਹੋਏਗੀ, ਵੱਧ ਚੀਜ਼ਾਂ ਅਸੀਂ ਖਰੀਦਾਂਗੇ, ਡਿਮਾਂਡ ਵਧੇਗੀ, ਡਿਜ਼ਾਇਰਸ ਵਧਣਗੀਆਂ, ਨੀਡਸ ਵਧਣਗੀਆਂ, ਠੀਕ ਹੈ। ਸੋ ਡਿਮਾਂਡ ਵਧਣਗੀਆਂ ਤਾਂ ਸਪਲਾਈ ਨਹੀਂ ਕਰਨੀ ਪਵੇਗੀ। ਸੋ ਉਤਪਾਦਨ ਵਧਣ ਦੇ ਨਾਲ ਉਤਪਾਦਨ ਪ੍ਰਣਾਲੀ ਵਿੱਚ ਪਰਿਵਰਤਨ ਹੁੰਦਾ ਹੈ। ਸੋ ਉਤਪਾਦਨ ਵਧਣ ਨਾਲ ਇੱਛਾਵਾਂ ਵੀ ਵਧਦੀਆਂ ਨੇ। ਸੋ ਮੋਬਿਲਿਟੀ ਤਾਂ ਆਏਗੀ, ਗਤੀਸ਼ੀਲਤਾ ਤਾਂ ਆਏਗੀ।
ਉਤਪਾਦਨ ਵਧਣ ਨਾਲ ਜੀਵਨ ਪੱਧਰ ਉੱਚਾ ਹੋ ਜਾਂਦਾ, ਲਿਵਿੰਗ ਸਟੈਂਡਰਡ ਰੇਜ਼ ਹੋ ਜਾਂਦਾ। ਸੋ ਕਿਰਤ ਵੰਡ ਮਨੁੱਖ ਇਕੱਲਾ ਤਾਂ ਰਹਿ ਨਹੀਂ ਸਕਦਾ, ਸੋ ਇਸ ਕਰਕੇ ਜਿਹੜਾ ਹੈ ਹੁਣ ਸਕਿੱਲਸ ਦੇ ਅਕੋਰਡਿੰਗ ਡਿਵੀਜ਼ਨ ਆਫ ਲੇਬਰ ਹੈ। ਕਿਰਤ ਵੰਡ ਜਿਹੜੀ ਹੈ, ਜਿਹੜਾ ਵੀ ਕੋਈ ਵਧੀਆ ਕੰਮ ਕਰਦਾ ਉਸਨੂੰ ਉਨੀ ਪੇ ਦਿੱਤੀ ਜਾਂਦੀ ਹੈ ਸਕਿਲਡ ਦੇ ਅਕੋਰਡਿੰਗ। ਪਹਿਲਾਂ ਕੀ ਸੀਗਾ ਕਿ ਇੱਕ ਪਰਿਵਾਰ ਜਿਹੜਾ ਸੀ ਪੂਰਾ ਖੇਤਾਂ ਦੇ ਵਿੱਚ ਲੱਗਿਆ ਰਹਿੰਦਾ ਸੀ, ਲੇਕਿਨ ਹੁਣ ਐਸਾ ਨਹੀਂ ਹੈਗਾ, ਛੋਟੇ ਛੋਟੇ ਕੰਮ ਵੀ ਹਿੱਸਿਆਂ 'ਚ ਵੰਡੇ ਗਏ ਨੇ। ਉਦਯੋਗੀਕਰਨ, ਠੀਕ ਹੈ, ਉਦਯੋਗੀਕਰਨ ਨਾਲ ਕੀ ਹੋਇਆ, ਵਿਆਹ ਪਰਿਵਾਰਾਂ 'ਤੇ ਅਸਰ ਪਿਆ। ਔਰਤਾਂ ਘਰੋਂ ਬਾਹਰ ਨਿਕਲ ਕੇ ਕੰਮ ਕਰਦੀਆਂ, ਔਰਤਾਂ 'ਤੇ ਕੰਟਰੋਲ ਘੱਟ ਗਿਆ, ਔਰਤਾਂ ਬਰਾਬਰ ਨੇ, ਠੀਕ ਹੈ। ਹੁਣ ਪੈਟਰੀਆਰਕੀ ਸੁਸਾਇਟੀ ਜਿਹੜੀ ਹੈ ਉਹ ਨਹੀਂ ਰਹੀ, ਬਹੁਤ ਹੀ ਕਿਤੇ ਕਿਤੇ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਪਿੱਤਰਵੰਸ਼ੀ ਪਰਿਵਾਰ ਨੇ, ਲੇਕਿਨ ਹੁਣ ਜਿਹੜੇ ਆ ਔਰਤਾਂ ਮਰਦ ਦੋਨੋਂ ਬਰਾਬਰ ਨੇ, ਸਮਾਨਤਾ ਆ ਗਈ ਹੈ। ਵਿਆਹ ਇੱਕ ਸਮਝੌਤਾ, ਜਿਵੇਂ ਆਪਾਂ ਪਿੱਛੇ ਕਹਿ ਕੇ ਹਟੇ ਹਾਂ ਕਿ ਵਿਆਹ ਤਾਂ ਇੱਕ ਕੰਟਰੈਕਟ ਹੋ ਗਿਆ, ਤਲਾਕ ਵੱਧ ਗਏ ਨੇ, ਲਿਵ ਇਨ ਰਿਲੇਸ਼ਨਸ਼ਿਪਸ ਵੱਧ ਗਈਆਂ ਨੇ। ਸੋ ਕੇਂਦਰੀ ਪਰਿਵਾਰ ਜਿਹੜੇ ਨੇ ਉਹ ਹੋਂਦ 'ਚ ਆ ਰਹੇ ਨੇ। ਧਾਰਮਿਕ ਵਿਚਾਰਾਂ 'ਤੇ ਪ੍ਰਭਾਵ, ਦੇਖੋ ਕਿ ਪੈਸੇ ਦਾ ਬੋਲਬਾਲਾ ਹੈ ਤਾਂ ਧਰਮ ਕਰਮ ਦਾ ਕੰਮ ਵੀ ਜਿਹੜਾ ਹੈ ਪੈਸਿਆਂ ਦੇ ਨਾਲ ਹੀ ਹੁੰਦਾ ਹੈਗਾ। ਧਰਮ ਉਤੇ ਆਰਥਿਕ ਪਰਿਵਰਤਨ ਦਾ ਗਹਿਰਾ ਪ੍ਰਭਾਵ ਪਿਆ। ਪਹਿਲਾਂ ਲੋਕ ਕੀ ਸੀ, ਅੰਧ ਵਿਸ਼ਵਾਸੀ ਰੂੜੀਵਾਦੀ ਸੀ, ਪਰ ਆਰਥਿਕ ਗਤੀਸ਼ੀਲਤਾ ਆਉਣ ਨਾਲ ਧਰਮ ਦੀ ਥਾਂ 'ਤੇ ਆਰਥਿਕ ਜਿਹੜੀ ਹੈ ਚੀਜ਼, ਆਰਥਿਕ ਸੰਸਥਾਵਾਂ ਆ ਗਈਆਂ ਨੇ, ਠੀਕ ਹੈ। ਆਪਾਂ ਦੇਖਦੇ ਹਾਂ, ਤੁਸੀਂ ਲਾਈਕ ਕਿਤੇ ਮੰਦਿਰ 'ਚ ਜਾਓ, ਮਥੁਰਾ ਦੇ ਵਿੱਚ ਅਸੀਂ ਗਏ ਹਾਂ ਤਾਂ ਉੱਥੇ ਥਾਂ ਥਾਂ 'ਤੇ ਜਿਹੜੇ ਨੇ ਉਹ ਪੰਡਿਤ ਬੈਠੇ ਨੇ ਅਤੇ ਤੁਹਾਨੂੰ ਮਤਲਬ ਹੱਥ ਤੱਕ ਪਕੜਦੇ ਨੇ ਕਿ ਵੀ ਤੁਸੀਂ ਮੇਰੇ ਤੋਂ ਪੂਜਾ ਕਰਵਾਓ। ਤਾਂ ਪੂਜਾ ਦੇ ਵਿੱਚ ਇੰਨਾ ਕੁਛ ਤੁਹਾਨੂੰ ਦੱਸ ਦਿੰਦੇ ਨੇ। ਹਰਿਦੁਆਰ ਤੁਸੀਂ ਜਾਓ, ਉੱਥੇ ਵੀ ਇਹ ਚੀਜ਼ ਹੈ ਨਾ। ਅਤੇ ਮੈਂ ਕਿਸੇ ਧਾਰਮਿਕ ਉਸ ਨੂੰ ਮੁੱਦੇ ਨੂੰ ਨਹੀਂ ਚੱਕ ਰਹੀ, ਤਾਂ ਮਤਲਬ ਕਿ ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ, ਜਿੱਥੇ ਵੀ ਤੁਸੀਂ ਜਾਓ ਇਹ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ। ਪੈਸੇ ਦਾ ਬੋਲਬਾਲਾ ਹੈ ਤਾਂ ਧਰਮ ਤਾਂ ਮਤਲਬ ਨਾਮ ਦਾ ਹੀ ਰਹਿ ਗਿਆ। ਤੁਸੀਂ ਪੈਸੇ ਦੇ ਕੇ ਪੂਜਾ ਕਰਵਾ ਲੈਂਦੇ ਹੋ, ਪੂਜਾ ਪਾਠ ਤੁਸੀਂ ਪੈਸੇ ਦੇ ਕੇ ਕਰਵਾ ਸਕਦੇ ਹੋ, ਹੈ ਨਾ। ਤਾਂ ਅਗਰ ਆਪਾਂ ਪਾਠ ਧਰਾਇਆ ਤਾਂ ਆਪਾਂ ਨੂੰ ਇੰਨੇ ਸਾਰੇ ਕੱਪੜੇ ਦੇਣੇ ਪੈਣਗੇ। ਸੋ ਐਸਾ ਕੁਝ ਚੱਲ ਰਿਹਾ। ਤਾਂ ਧਾਰਮਿਕ ਵਿਚਾਰਾਂ ਨੇ ਜਿਹੜੇ ਉਹ ਕਿਤੇ ਖਤਮ ਹੋ ਰਹੇ ਨੇ। ਸੋ ਪੈਸੇ ਜਿਹੜੇ ਨੇ ਉਹ ਵੱਧ ਰਹੇ ਨੇ। ਸੋ ਪੈਸੇ ਨਾਲ ਪਿਆਰ ਲੋਕਾਂ ਦਾ ਵੱਧ ਰਿਹਾ। ਮੁਕਾਬਲਾਬਾਜ਼ੀ, ਕੰਪੀਟੀਸ਼ਨ ਵੱਧ ਗਿਆ, ਇੱਕ ਦੇਸ਼ ਦੂਜੇ ਦੇਸ਼ ਨਾਲ, ਦੇਸ਼ ਦੇ ਅੰਦਰ ਵੀ ਕੰਪੀਟੀਸ਼ਨ। ਲਾਈਕ ਟੁੱਥਪੇਸਟ ਚੱਕੋ, ਕੋਲਗੇਟ ਹੈ ਤੁਹਾਡੇ ਕੋਲ, ਕਲੋਜ਼ਅਪ ਹੈ, ਪੈਪਸੋਡੈਂਟ ਹੈ, ਡੈਂਟੋਡਾਈਨ ਹੈ ਨਾ, ਡਾਬਰ ਦਾ ਵੇਦ ਸ਼ਕਤੀ ਵਗੈਰਾ। ਸੋ ਇਹ ਸਾਰੇ ਜਿਹੜੇ ਟੂਥਪੇਸਟ ਨੇ, ਕੰਪੀਟੀਸ਼ਨ ਵੱਧ ਗਿਆ ਹੈਗਾ, ਤਾਂ ਉਹ ਆਪਣੇ ਪ੍ਰੋਡਕਟ ਘੱਟ ਰੇਟ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਫੀਚਰਸ ਦੇ ਕੇ ਉਹ ਜਿਹੜਾ ਹੈ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਇਸ ਕਰਕੇ ਜਿਹੜਾ ਹੈ ਉਹ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ 'ਚ ਸਾਰੇ ਲੱਗੇ ਹੋਏ ਨੇ। ਸਹੂਲਤਾਂ ਅਤੇ ਸੇਵਾਵਾਂ, ਕਿਸੇ ਸਮਾਜਿਕ ਪਰਿਵਰਤਨ ਲਈ ਦੇਸ਼ ਦੀ ਆਰਥਿਕਤਾ ਦੇਖੀ ਜਾਂਦੀ ਹੈ ਕਿ ਆਰਥਿਕਤਾ ਕਿਵੇਂ ਦੀ ਹੈ, ਕਿ ਪਰਿਵਰਤਨ ਅਗਰ ਹੋ ਰਿਹਾ ਹੈ। ਲਾਈਕ ਅਗਰ ਕੋਈ ਡਿਵੈਲਪਡ ਕੰਟਰੀ ਹੈ, ਬਹੁਤ ਹੀ ਜ਼ਿਆਦਾ ਡਿਵੈਲਪਡ, ਲਾਈਕ ਅਮੈਰੀਕਾ, ਉੱਥੇ ਸੋਸ਼ਲ ਮੋਬਿਲਿਟੀ ਜਿਹੜੀ ਹੈ, ਸੋਸ਼ਲ ਚੇਂਜ ਜਿਹੜਾ ਹੈ ਜਲਦੀ ਆਏਗਾ, ਕਿਉਂਕਿ ਉੱਥੋਂ ਦੀ ਆਰਥਿਕਤਾ ਬਹੁਤ ਵਿਕਸਿਤ ਹੈ, ਠੀਕ ਹੈ। ਪਰ ਜਿਸ ਦੇਸ਼ ਦੇ ਵਿੱਚ ਜਿਹੜੀ ਹੈਗੀ ਹੈ ਹੈਲਥ ਫੈਸਿਲਿਟੀਜ਼ ਘੱਟ ਨੇ, ਪਾਵਰਟੀ ਲਾਈਨ ਹੈਗੀ ਹੈ, ਐਜੂਕੇਸ਼ਨ ਦੀਆਂ ਫੈਸਿਲਿਟੀਜ਼ ਘੱਟ ਨੇ, ਮੌਤ ਦਰ ਬਹੁਤ ਹੀ ਜ਼ਿਆਦਾ ਘੱਟ ਹੈ, ਠੀਕ ਹੈ, ਜਾਂ ਜਨਮ ਦਰ ਮਤਲਬ ਇੱਦਾਂ ਦੀਆਂ ਕੰਡੀਸ਼ਨਸ ਨੇ, ਤਾਂ ਉੱਥੇ ਜਿਹੜੀ ਹੈਗਾ ਸਮਾਜਿਕ ਪਰਿਵਰਤਨ ਲੇਟ ਆਉਂਦਾ। ਲੇਕਿਨ ਆਪਾਂ ਅਗਰ ਕਿਸੇ ਦੇਸ਼ ਦੀ ਪਾਵਰਟੀ ਲਾਈਨ ਦੇਖਣੀ ਹੈ, ਐਜੂਕੇਸ਼ਨ ਦੇਖਣੀ ਹੈ, ਹੈਲਥ ਫੈਸਿਲਿਟੀਜ਼ ਦੇਖਣੀ ਹੈ, ਮੌਤ ਦਰ, ਜਨਮ ਦਰ, ਤਾਂ ਆਪਾਂ ਨੂੰ ਆਰਥਿਕਤਾ ਦਾ ਪਤਾ ਲੱਗ ਜਾਂਦਾ ਹੈ। ਸੋ ਜਿਸ ਦੇਸ਼ ਵਿੱਚ ਸਿਹਤ ਸੇਵਾਵਾਂ ਵੱਧ ਨੇ, ਗਰੀਬੀ ਘੱਟ ਹੈ, ਸਿੱਖਿਆ ਦਾ ਹਾਈ ਸਟੈਂਡਰਡ ਹੈ, ਉਹ ਦੇਸ਼ ਆਰਥਿਕ ਪੱਖੋਂ ਖੁਸ਼ਹਾਲ ਹੈ। ਸੋ ਆਰਥਿਕਤਾ ਨੂੰ ਦੇਖ ਕੇ ਸਮਾਜਿਕ ਪਰਿਵਰਤਨ ਦੀ ਜਿਹੜੀ ਦਿਸ਼ਾ ਹੈਗੀ ਆ ਉਹ ਵੀ ਅਸੀਂ ਦੇਖ ਸਕਦੇ ਹਾਂ। ਸੋ ਨਾਰਵੇ, ਫਿਨਲੈਂਡ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਸ ਦੇਸ਼ ਦੇ ਵਿੱਚ ਆਰਥਿਕ ਪੱਖੋਂ ਇਹ ਦੇਸ਼ ਜਿਹੜੇ ਨੇ ਉਹ ਬਹੁਤ ਖੁਸ਼ਹਾਲ ਨੇ। ਸੋ ਆਰਥਿਕ ਕਾਰਕ ਜਿਹੜੇ ਨੇ ਉਹ ਸਮਾਜਿਕ ਪਰਿਵਰਤਨ ਨੂੰ ਲੈ ਕੇ ਆਉਂਦੇ ਨੇ। ਹੋਪ ਤੁਹਾਨੂੰ ਵੀਡੀਓ ਸਮਝ ਆ ਗਿਆ ਹੋਵੇਗਾ। ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।